ਆਮਦਨ ਆ ਗੁਰਦੁਆਰਾ ਸਾਹਿਬ ਦੀ, ਚਾਹੇ ਉਹ ਜ਼ਮੀਨ ਦੀ ਹੈ, ਚਾਹੇ ਉਹ ਗੁਰਦੁਆਰਾ ਸਾਹਿਬ ਦੀ ਗੋਲਕਾਂ ਦੀ ਹੈ, ਚਾਹੇ ਹੋਰ ਵੀ ਕੋਈ ਵੀ ਸੰਗਤ ਦੀ ਹੈ, ਉਹ ਤਾਂ ਇਹਨਾਂ ਨੂੰ ਪਤਾ ਵੀ ਇਹ ਮੁਲਾਜ਼ਮਾਂ ਨੂੰ ਨਾਂ ਦੇ ਕੇ ਕਿੱਥੇ ਖਰਚ ਕਰ ਰਹੇ ਹਨ। ਬਾਹਰ ਜਾ ਕੇ ਅਸੀਂ ਸਾਰਿਆਂ ਨੂੰ ਹਸਪਤਾਲਾਂ 'ਚ ਜਾਂ ਭੁੱਖਿਆਂ ਨੂੰ ਲੰਗਰ ਛਕਾਉਂਦੇ ਹਾਂ, ਜਿਹੜੇ ਮੁਲਾਜ਼ਮ ਇੱਥੇ ਭੁੱਖੇ ਬੈਠੇ ਉਹਨਾਂ ਦੇ ਅਸੀਂ ਸਾਰ ਨਹੀਂ ਲੈ ਰਹੇ। ਸਾਡੇ ਜਿਹੜੇ ਹੱਕ ਬਣਦੇ ਸਾਨੂੰ ਹੱਕ ਦਿੱਤੇ ਜਾਣ, ਸਾਨੂੰ ਸਾਡੀਆਂ ਨੌਕਰੀਆਂ ਦਿੱਤੀਆਂ ਜਾਣ, ਸਾਨੂੰ ਸਾਡੇ ਜਿਹੜੇ ਬਣਦੀ ਤਨਖਾਹ ਦਿੱਤੀ ਜਾਵੇ ਜੀ। ਨਹੀਂ ਅਸੀਂ ਸਪਰੇਅ ਪੀ ਕੇ ਮਰ ਜਾਵਾਂਗੇ। ਅਸੀਂ ਤਾਂ ਜੀ ਇਹਨਾਂ ਦੇ ਹੁਣ ਇਹ ਹੋਏ ਗੋਬਿੰਦ ਸਿੰਘ ਲੌਂਗੋਵਾਲ ਹੋਏ, ਇਹ ਜ਼ਿੰਮੇਦਾਰ ਹੋਣਗੇ। ਕਰੋਨਾ ਤੇ ਕੰਗਾਲੀ ਬਹੁਤ ਮੰਦਭਾਗਾ। ਸੁਰਿੰਦਰ ਸਿੰਘ ਨੇ ਕਿਹਾ ਵੀ ਹੁਣ ਸਾਡੇ ਕੋਲ ਕੋਈ ਚਾਰਾ ਨਹੀਂ, ਇਸ ਤੋਂ ਬਾਅਦ ਜ਼ਹਿਰ ਪੀ ਕੇ ਮਰਨ ਦਾ ਫੈਸਲਾ ਹੀ ਕੀਤਾ ਜਾਊਗਾ। ਰਜਿੰਦਰ ਸਿੰਘ ਹੋਰਾਂ ਨਾਲ ਵੀ ਗੱਲ ਕਰਾਂਗੇ, ਖਾਲਸਾ ਜੀ ਨਾਲ, ਕੀ ਹਾਲਾਤ ਨੇ, ਇਹ ਕਿਉਂ ਨਹੀਂ ਤਨਖਾਹਾਂ ਇੰਨੀ ਦੇਰ ਦੀਆਂ ਦਿੱਤੀਆਂ ਗਈਆਂ। ਬਹੁਤ ਵੱਡੇ ਦੋਸ਼ ਲਾਏ ਆ ਪ੍ਰਧਾਨ ਹੋਰੀ, ਘਿਓ ਤੱਕ ਦਾ ਵੀ ਦੋਸ਼ ਲਾਤਾ ਇਹਨਾਂ ਨੇ ਕਿ ਆਪਣੇ ਘਰ ਘਿਓ ਵੀ ਲੈ ਕੇ ਜਾ ਰਹੇ ਆ। ਸਪਸ਼ਟੀਕਰਨ ਵੀ ਲਵਾਂਗੇ। ਹੁਣ ਮੁਲਾਜ਼ਮ ਜਿਹੜੇ ਇੱਥੋਂ ਆਪ ਅਸਤੀਫੇ ਦੇ ਕੇ ਗਏ ਵੇ, ਵਿੱਚੋਂ ਦੋ ਦਾ ਇਹਨਾਂ ਦੇ ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਉਹ ਵੀ ਅੱਜ ਧਰਨੇ 'ਚ ਬੈਠੇ ਆ ਵੀ ਅਸੀਂ ਤਾਂ ਉਹਨਾਂ ਨੂੰ ਕੱਢਿਆ ਨਹੀਂ ਸੀ, ਨਾ ਕੋਈ ਪ੍ਰੈਸ਼ਰ ਆਈ ਸੀ, ਉਹ ਤਾਂ ਆਪ ਛੱਡ ਕੇ ਗਏ ਸੀ। ਉਦੋਂ ਵੀ ਇਹੀ ਗੱਲ ਕਹਿੰਦੇ ਸੀ ਵੀ ਸਾਡਾ ਬਾਈ ਪੈਸਾ ਮਿਲਣ ਨਹੀਂ ਸਰਦਾ। ਉਦੋਂ ਵੀ ਖਜ਼ਾਨੇ ਸਾਡੇ ਮਸਤਾਨੇ ਸੀ, ਅੱਜ ਵੀ ਮਸਤਾਨੇ ਹੀ ਆ। ਇਹ ਇਹਨਾਂ ਨੂੰ ਵੀ ਪਤਾ ਹੈ ਜਿੰਨੀ ਮੈਂ ਇਹਨਾਂ ਨੂੰ ਤਨਖਾਹ ਇੱਥੇ ਦੇ ਰਿਹਾ ਪੇ ਬਿੱਲ 'ਤੇ, ਉਹ ਮਰਨੀ ਇਹਨਾਂ ਦਾ 1 ਰੁਪਈਆ ਵੀ ਹੈ ਨਹੀਂ। ਮੇਰੀ ਕੀ ਜ਼ਰੂਰਤ ਆ, ਮੈਂ ਇਹਨਾਂ ਦਾ ਮਿਹਨਤ ਨਾ ਰੱਖ ਲੂੰਗਾ। ਮੈਂ ਨਿਯੁਕਤ ਕੀਤੇ ਸੀ, ਮੈਂ ਹੀ ਇੱਥੇ ਭਰਤੀ ਕੀਤੇ ਸੀ, ਮੈਂ ਹੀ ਇਹਨਾਂ ਦੀ ਤਨਖਾਹ ਦੇਣੀ ਆ। ਜਿਹੜੀ ਇਹ ਗੱਲ ਕਹਿੰਦੇ ਵੀ ਅਸੀਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਆ, ਸ਼੍ਰੋਮਣੀ ਕਮੇਟੀ ਨੂੰ ਤਾਂ ਬਦਨਾਮ ਕਰੀ ਜਾਂਦੇ ਆ। ਉਹ ਜਿਹੜੀ ਜਾਲੀ ਬਣੀ ਕਮੇਟੀ ਆ, ਇਹਨਾਂ ਦੀ ਹੁਣ ਨਿਆਣ ਮਾਤਾ ਕਹਿ ਲਓ ਜਾਂ ਛੋਟੇ ਆ ਮੇਰੇ ਵੀਰੇ ਆ, ਵੀ ਇਹ ਇਹਨਾਂ ਨੂੰ ਉਹ ਢਾਲ ਬਣਾ ਕੇ ਵਰਤ ਰਹੇ ਆ। ਪੈਸੇ ਇਹਨਾਂ ਦੇ ਦੇਣੇ ਆ, ਜਿੰਨੀ ਤਨਖਾਹ ਉਹ ਆਹ ਪਰਸਨ ਨੇ ਦੇਣੀ ਆ, ਨਾ ਤਾਂ ਉਹ ਲੋਕਲ ਕਮੇਟੀ ਨੇ ਇਹਨਾਂ ਨੂੰ ਦੇਣੀ ਆ, ਨਾ ਸ਼੍ਰੋਮਣੀ ਕਮੇਟੀ ਨੇ ਦੇਣੀ ਆ। ਜਿਹੜਾ ਇਹ ਕਹਿੰਦੇ ਲੰਗਰ 'ਚੋਂ ਲੈ ਕੇ ਜਾਂਦੇ ਆ, ਉਹਨਾਂ ਦੀ ਫਿਰ ਇਹਨਾਂ ਨੇ ਵੀਡੀਓ ਤਾਂ ਜ਼ਰੂਰ ਬਣਾਈ ਹੋਊ। ਜਦੋਂ ਇਹਨਾਂ ਦੀ ਚਾਹ ਪੀਂਦਾਂ ਦੀ ਵੀਡੀਓ ਬਣਾ ਲੈਂਦੇ ਆ, ਫਿਰ ਤਾਂ ਰਾਸ਼ਨ ਜਾਂਦੇ ਦੀ ਵੀ ਬਣੀ ਹੋਊਗੀ। ਉਹ ਸਾਹਮਣੇ ਕਰ ਦੇਣ, ਆਪਾਂ ਨੂੰ ਪਤਾ ਲੱਗ ਜੂ ਪ੍ਰਧਾਨ ਜੀ ਸੱਚੇ ਆ ਕਿ ਇਹ ਸੱਚੇ। ਇੰਦਰਜੀਤ ਸਿੰਘ, ਉਹਨਾਂ ਦਾ ਵੀ ਦੋਸ਼ ਆ ਵੀ ਮੇਰੀ ਤਨਖਾਹ ਵੀ ਜਿਹੜੀ ਹੈਗੀ ਨਹੀਂ ਦਿੱਤੀ ਗਈ, ਨਾਲ ਦੀ ਨਾਲ ਮੈਨੂੰ ਜਲੀਲ ਕਰਕੇ ਜਿਹੜਾ ਹੈਗਾ ਇੱਥੋਂ ਸੇਵਾ ਮੁਕਤ ਕੀਤੇ, ਜਾਣੀ ਧੱਕੇ ਨਾਲ ਜਿਹੜੀਆਂ ਮੇਰੀਆਂ ਸੇਵਾਵਾਂ ਖਾਰਜ ਕੀਤੀਆਂ ਗਈਆਂ। ਇੰਦਰਜੀਤ ਸਿੰਘ ਬੁਰਜ ਕਲਾਰੇ ਨੌਕਰੀ ਕਰਦਾ ਸੀ ਪਹਿਲਾਂ। ਬੁਰਜ ਕਲਾਰੇ ਪਿੰਡ ਦੇ ਸਰਪੰਚ ਤੋਂ ਜਾਂ ਉੱਥੋਂ ਦੀ ਸੰਗਤ ਤੋਂ ਇਹਦੇ ਕਰੈਕਟਰ ਬਾਰੇ ਪਤਾ ਕਰੋ ਸਾਰਾ, ਇਹਦੇ ਪਹਿਲੇ ਵਿਆਹ ਬਾਰੇ ਪਤਾ ਕਰੋ, ਕੀ ਹੋਇਆ ਸੀ ਇਹਦੇ ਨਾਲ, ਅਤੇ ਪਹਿਲੇ ਵਿਆਹ ਦੀ ਇਹਦੀ ਜਾਨ ਕਿਹਨੇ ਛਡਾਈ ਸੀ ਇਹ ਵੀ ਜ਼ਰੂਰ ਪਤਾ ਕਰਿਓ ਵੀ ਉਹ 'ਚ ਮੈਨੇਜਰ ਦਾ ਕੋਈ ਰੋਲ ਸੀਗਾ ਜਾਂ ਨਹੀਂ ਸੀਗਾ। ਪਰ ਨੋਟਾਂ ਦੀ ਗੱਲ ਹੁੰਦੀ ਹੈ, ਜਦੋਂ ਤੁਸੀਂ ਕਹਿੰਦੇ ਆ ਵੀ ਇਹ ਜ਼ਮੀਨ ਜਾਇਦਾਦ ਜਿਹੜੀ ਹੈਗੀ ਆ, ਜਿਹੜੀ ਠੇਕੇ 'ਤੇ ਦਿੱਤੀ ਜਾਂਦੀ ਆ, ਸਾਲਾਨਾ 35 ਲੱਖ ਰੁਪਈਆ ਉਹਦਾ ਠੇਕਾ ਹੋਣਾ ਚਾਹੀਦਾ, ਉਹ ਫਿਰ ਕਿੱਥੇ ਜਾਂਦਾ? ਉਹ ਜਿਹੜਾ ਮੈਂ ਹੁਣ ਤੁਹਾਨੂੰ ਦੱਸੀ ਆ ਨਾ, ਪ੍ਰਨੋਟ ਮੇਰੇ ਦਿਖਾ ਰਿਹਾ, ਉਹਨਾਂ 'ਚ ਵਿਆਜ 'ਚ ਕੱਟਦੇ ਆ। ਸਤਿ ਸ਼੍ਰੀ ਅਕਾਲ, ਮੈਂ ਨਿਰਮਲ ਕਲਿਆਣ ਸਰਪੰਚ ਟੂਡੇ 'ਚ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ ਹਾਂ। ਸਿੱਖ ਕੌਮ ਦੁਨੀਆ ਭਰ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦੀ ਆ। ਸਿੱਖ ਕੌਮ ਨੇ ਸਰਮੌਕ ਗੁਰੂ ਘਰ ਗੁਰੂ ਸਾਹਿਬਾਨਾਂ ਦੀ ਆਗਿਆ ਦੇ ਅਨੁਸਾਰ ਉਹਨਾਂ ਦੇ ਨਾਮ ਸਿਮਰਨ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲਈ ਬਹੁਤ ਸ਼ਾਨਦਾਰ ਇਮਾਰਤਾਂ ਦੇ ਰੂਪ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਆਲੀਸ਼ਾਨ ਗੁਰੂ ਘਰਾਂ ਦਾ ਨਿਰਮਾਣ ਕੀਤਾ, ਜਿੱਥੇ ਉਹਨਾਂ ਦੇ ਪ੍ਰਬੰਧਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਮੁਤਾਬਕ ਚੋਣਾਂ ਵੀ ਹੁੰਦੀਆਂ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਬਣਦੀਆਂ। ਹਰ ਵਾਰ ਜਦੋਂ ਅਸੀਂ ਕਿਸੇ ਨਾ ਕਿਸੇ ਗੁਰੂ ਘਰ ਦੇ ਵਿੱਚ ਜਾ ਕੇ ਉੱਥੋਂ ਦੇ ਮੁੱਦੇ ਬਾਚਦੇ ਹਾਂ, ਉੱਥੇ ਕਿਸੇ ਕਿਸਮ ਦੇ ਕਲੇਸ਼ ਬਾਚਦੇ ਹਾਂ, ਜਿੱਥੇ ਜਾ ਕੇ ਅਸੀਂ ਨਕਮਸਤਕ ਹੋ ਕੇ ਆਪਣੀਆਂ ਤੰਦਰੁਸਤੀਆਂ ਲਈ ਔਰ ਸਿੱਖ ਕੌਮ ਦੀ ਤਰੱਕੀ ਲਈ, ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਹਾਂ, ਉੱਥੇ ਕਲੇਸ਼ ਨੂੰ ਲੈ ਕੇ ਹਮੇਸ਼ਾ ਸਿਰ ਸ਼ਰਮ ਨਾਲ ਝੁਕਦਾ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਦਾ ਤਖਤੂਪੁਰਾ ਪਿੰਡ, ਜਿੱਥੇ 3 ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਨਾਨਕਸਰ ਗੁਰੂ ਘਰ ਆ, ਉੱਥੇ ਇੱਕ ਵਾਰ ਫਿਰ ਵਿਵਾਦਾਂ ਦਾ ਸਿਲਸਿਲਾ ਸ਼ੁਰੂ ਹੋਇਆ। ਪਹਿਲਾਂ ਇੱਥੇ ਬਹੁਤ ਸਾਰੇ ਘਪਲਿਆਂ ਨੂੰ ਲੈ ਕੇ, ਉਹ ਬੇਸ਼ੱਕ ਪਰਚੀਆਂ ਛਪਾਉਣ ਤੋਂ ਲੈ ਕੇ ਗੁਰੂ ਘਰ ਦੀ ਰਸਤ ਦੇ ਵਿੱਚ ਘਪਲਾ ਹੋਇਆ ਹੋਵੇ, ਇਹ ਦੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿਤ ਸਿੱਖ ਜੁਡੀਸ਼ਲ ਤੱਕ ਵੀ ਲਿਖਤੀ ਰੂਪ ਦੇ ਵਿੱਚ ਪਹੁੰਚੇ। ਇਸ ਦਾ ਫੈਸਲਾ ਹੋਣਾ ਬੇਸ਼ੱਕ ਬਾਕੀ ਆ, ਪਰੰਤੂ 6 ਤੋਂ 8 ਮਹੀਨਿਆਂ ਦੇ ਦਰਮਿਆਨ ਇੱਕ ਵਾਰ ਫੇਰ ਬਵਾਲ ਖੜਾ ਹੋਇਆ। ਇੱਥੋਂ ਦੇ ਮੁਲਾਜ਼ਮ ਜਿਹੜੇ ਕੱਚੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਸੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਉਹਨਾਂ ਨੂੰ ਤਨਖਾਹਾਂ ਨਾ ਮਿਲਣ ਤਹਿਤ ਮਸਲਾ ਖੜਾ ਹੋਇਆ, ਜਿੱਥੇ ਅੱਜ ਉਹਨਾਂ ਮੁਲਾਜ਼ਮਾਂ ਵੱਲੋਂ ਧਰਨਾ ਵੀ ਦਿੱਤਾ ਗਿਆ। ਅਸੀਂ ਉਸ ਸੱਚਾਈ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਆ, ਤੇ ਕਿਸ ਤਰ੍ਹਾਂ ਦੇ ਦੋਸ਼ ਇਹਨਾਂ ਨੌਜਵਾਨਾਂ ਵੱਲੋਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਾਸ ਕਰਕੇ ਰਜਿੰਦਰ ਸਿੰਘ ਖਾਲਸਾ ਜਿਹੜੇ ਬਤੌਰ ਮੈਨੇਜਰ ਸੇਵਾਵਾਂ ਨਿਭਾ ਰਹੇ ਆ, ਉਹਨਾਂ ਦੇ ਵਿਵਹਾਰ ਨੂੰ ਲੈ ਕੇ ਤੇ ਉਹਨਾਂ ਦੇ
ਜਿਹੜੇ ਤਨਖਾਹਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਵਿਚਾਰ ਆ ਤੁਹਾਡੇ ਨਾਲ ਸਾਂਝੇ ਕਰਾਂਗੇ। ਜਿਵੇਂ ਲੋਕਡਾਊਨ ਕਰਕੇ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ, ਗੈਰ ਸਿਆਸੀ ਤੇ ਗੈਰ ਸਰਕਾਰੀ ਸੰਸਥਾਵਾਂ ਘਾਟੇ ਦੇ ਵਿੱਚ ਜਾ ਕੇ ਇਸ ਵੇਲੇ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰ ਰਹੀਆਂ, ਉਸੇ ਤਰ੍ਹਾਂ ਹੀ ਇੱਥੇ ਵੀ ਮਸਲਾ ਜਿਹੜਾ ਸਾਹਮਣੇ ਹੋਇਆ। ਹਾਲਾਂਕਿ ਜਿਹੜਾ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਸੁਪਰੀਮ ਕੋਰਟ ਵੱਲੋਂ ਬਕਾਇਦਾ ਆਦੇਸ਼ ਜਾਰੀ ਕੀਤੇ ਗਏ ਸੀ, ਲੋਕਡਾਊਨ ਦੇ ਵਿੱਚ ਕਿਸੇ ਮੁਲਾਜ਼ਮ ਦੀ ਛੁੱਟੀ ਨਹੀਂ ਕੀਤੀ ਜਾ ਸਕਦੀ। ਉਹ ਕਿਸ ਤਰ੍ਹਾਂ ਦੇ ਹਾਲਾਤ ਮਰਜ਼ੀ ਹੋਣ, ਉਹ ਸੰਸਥਾਵਾਂ ਬੇਸ਼ੱਕ ਘਾਟੇ ਦੇ ਵਿੱਚ ਕਿਉਂ ਨਾ ਜਾਣ, ਉਹਨਾਂ ਨੂੰ ਮੈਨੇਜ ਕਰਨ ਵਾਸਤੇ ਵੀ ਬਕਾਇਦਾ ਬੈਂਚ ਨੇ ਆਦੇਸ਼ ਜਾਰੀ ਕੀਤੇ ਸੀ। ਕਿਵੇਂ ਹੋਇਆ ਵੀ ਅੱਜ ਜਿਹੜੇ ਹੈਗੇ ਆ 5 ਤੋਂ 7 ਮੁਲਾਜ਼ਮ ਜਿਹੜੇ ਤਖਤੂਪੁਰਾ ਗੁਰੂ ਘਰ ਦੇ ਵਿੱਚੋਂ ਉਹਨਾਂ ਦੀ ਛਾਂਟੀ ਕੀਤੀ ਗਈ ਆ, ਉਹਨਾਂ ਨੂੰ 31 ਅਗਸਤ ਤੱਕ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਉਹ ਆਪਣੇ ਸੇਵਾਵਾਂ ਦੇ ਜਿਹੜੇ ਆ ਆਉਂਦੇ ਪ੍ਰਬੰਧ ਅੱਗੇ ਆਪਣੇ ਤੌਰ ਤੇ ਕਰਨਗੇ ਤੇ ਤਖਤੂਪੁਰਾ ਗੁਰੂ ਘਰ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਂਦਾ। ਸਾਡੇ ਨਾਲ ਇਸ ਵੇਲੇ ਬਲਜਿੰਦਰ ਸਿੰਘ ਆ, ਜਿਹੜੇ ਪਿਛਲੇ 1 ਸਾਲ ਤੋਂ ਸੇਵਾ ਮੁਕਤੀ ਲਈ ਆਪ ਖੁਦ ਅਸਤੀਫਾ ਦੇ ਚੁੱਕੇ ਆ। ਕੀ ਕਾਰਨ ਬਣਿਆ ਅੱਜ ਦਾ ਜਿਹੜਾ ਹੈਗਾ ਧਰਨਾ, ਉਹਨਾਂ ਨੇ ਕਿਉਂ ਦਿੱਤਾ? ਬਲਜਿੰਦਰ ਜੀ, ਤੁਹਾਡਾ ਸਰਪੰਚ ਟੂਡੇ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਧੰਨਵਾਦ ਜੀ ਆਇਆਂ ਨੂੰ ਸਰਪੰਚ ਟੂਡੇ ਤੇ ਸਾਰੀ ਮੈਨੇਜਮੈਂਟ ਦਾ। ਅਸੀਂ ਅੱਜ ਇੱਥੇ ਇਕੱਤਰ ਹੋਏ ਹਾਂ ਜੀ, ਜਿਹੜੇ ਮੁਲਾਜ਼ਮ ਬਿਨਾਂ ਵਜ੍ਹਾ ਤੋਂ ਕੱਢ ਦਿੱਤੇ ਗਏ ਉਹਨਾਂ ਨੂੰ ਬਹਾਲ ਕਰਾਉਣ ਦੇ ਲਈ, ਤੇ ਕਈਆਂ ਮੁਲਾਜ਼ਮਾਂ ਦੀ 2-2 3-3 ਸਾਲ ਤੋਂ ਤਨਖਾਹਾਂ ਰਹਿੰਦੀ ਆ, ਉਹ ਤਨਖਾਹ ਲੈਣ ਦੀ ਬਾਬਤ ਜੀ। 2 ਤੋਂ 3 ਸਾਲ ਤੋਂ ਤਨਖਾਹਾਂ ਤੁਸੀਂ ਜਿਹੜੀਆਂ ਕਹਿੰਦੇ ਆ ਰਹਿੰਦੀਆਂ ਲੈਣ ਤੋਂ, ਤੇ ਨਾਲ ਦੀ ਨਾਲ ਤਨਖਾਹਾਂ ਨਹੀਂ ਪ੍ਰਾਪਤ ਕਰਦੇ ਸੀ ਜੀ। ਤਨਖਾਹਾਂ ਪ੍ਰਾਪਤ ਕਰਨ ਦਾ ਇਹ ਕਾਰਨ ਸੀਗਾ ਵੀ ਅਸੀਂ ਜਦੋਂ ਵੀ ਮੰਗਦੇ ਸੀ ਤਨਖਾਹ, ਇਹ ਕਹਿੰਦੇ ਸੀ 1-2 ਮਹੀਨੇ ਕੱਢ ਲਓ, 1-2 ਮਹੀਨੇ ਕੱਢ ਲਓ। ਜੇ 4-5 ਮਹੀਨਿਆਂ ਬਾਅਦ ਸਾਨੂੰ 2000 2500 3000 ਦੇ ਕੇ ਜਿੰਨਾ ਕੁ ਸਾਨੂੰ ਲੋੜ ਹੁੰਦੀ ਸੀ ਜਾਂ ਉਨੇ ਕੁ ਦੇ ਦਿੰਦੇ ਸੀਗੇ। ਜਿਹੜੀਆਂ ਬਾਕੀ ਦੀਆਂ ਤਨਖਾਹਾਂ ਸਾਡੀਆਂ ਜਮ੍ਹਾਂ ਹੀ ਪਈਆਂ ਹੁੰਦੀਆਂ ਸੀ, ਉਹ ਨਹੀਂ ਦਿੱਤੀਆਂ ਗਈਆਂ ਹਜੇ ਤੱਕ ਮਿਲੀਆਂ। ਤੇ ਜਦੋਂ ਤੁਹਾਨੂੰ ਪੈਸੇ ਨਹੀਂ ਮਿਲਦੇ ਸੀ ਤਨਖਾਹ ਦੇ, ਤੇ ਤੁਸੀਂ ਆਵਾਜ਼ ਸੰਸਥਾ ਦੇ ਸਰਮੌਕ ਜਿਹੜੀ ਹੈਗੀ ਆ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਤੁਸੀਂ ਉੱਥੋਂ ਤੱਕ ਆਵਾਜ਼ ਜਾਂ ਇੱਥੇ ਇੰਸਪੈਕਟਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ, ਅਸੀਂ ਇਸ ਕਾਰਨ ਸੀ, ਸਾਨੂੰ ਡਰ ਰਹਿੰਦਾ ਸੀ ਕਦੇ ਨਾ ਕਦੇ ਆਪਦੀ ਨੌਕਰੀ ਦਾ ਜੀ। ਚਲੋ ਹੁਣ ਜਦੋਂ ਪਾਣੀ ਸਿਰ ਤੋਂ ਦੀ ਵਗ ਗਿਆ ਸੀ, ਇਹ ਆਵਾਜ਼ ਉਠਾਈ। ਹੁਣ ਸਾਨੂੰ ਲੱਗਿਆ ਵੀ ਹੁਣ ਅਸੀਂ ਜਮ੍ਹਾਂ ਖਤਮ ਹੋ ਰਹੇ ਹਾਂ, ਤਾਂ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਤੁਸੀਂ ਅਸਤੀਫਾ ਕਿਉਂ ਦਿੱਤਾ ਸੀ? ਅਸਤੀਫਾ ਜੀ ਕੁਛ ਉਹ ਮੇਲੇ ਦੇ ਦਿਨ ਸੀ ਕਿ ਮੇਲੇ ਦੇ ਦਿਨਾਂ ਦੇ ਵਿੱਚ ਮੈਨੂੰ ਪ੍ਰਧਾਨ ਜੀ ਨੇ ਅਪਸ਼ਬਦ ਬੋਲੇ। ਸਾਡੇ ਕਈ ਇੱਥੇ ਮੇਲੇ ਦੇ ਦਿਨਾਂ 'ਚ ਤੁਹਾਨੂੰ ਪਤਾ ਵੀ ਇਕੱਠ ਕਾਫੀ ਹੁੰਦਾ, ਉਹ ਇਕੱਠ ਦੇ ਵਿੱਚ ਕਾਫੀ ਮੈਨੂੰ ਅਪਮਾਨ ਸ਼ਬਦ ਬੋਲੇ, ਜਾਣੀ ਕਿ ਉਸ ਤੋਂ ਬਾਅਦ ਮੈਂ ਗੁੱਸੇ ਹੋ ਕੇ ਉਹਨਾਂ ਨੂੰ ਮੈਂ ਅਸਤੀਫਾ ਲਿਖਤਾ। ਮੈਂ ਆਖਿਆ ਵੀ ਹੁਣ ਮੈਂ ਨੌਕਰੀ ਨਹੀਂ ਕਰ ਸਕਦਾ। ਤੇ ਉਹ ਜਿਹੜੇ ਮੇਲੇ ਦੇ ਦਿਨ ਹੁੰਦੇ ਆ, ਉਸ ਵੇਲੇ ਤਾਂ ਡਿਊਟੀ ਨਿਭਾਉਣ ਦੀ ਜਿਹੜੀ ਹੈਗੀ ਆ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਆ, ਬਹੁਤ ਸਾਰਾ ਕੰਮ ਹੁੰਦਾ ਇਸ ਵੇਲੇ। ਡਿਊਟੀ ਨਿਭਾ ਕੇ ਜੀ ਮੇਲਾ ਮਨਾ ਕੇ ਗਏ ਆ, ਉਸ ਤੋਂ ਵਿੱਚ ਨਹੀਂ ਗਏ ਵੀ ਮੇਲਾ ਛੱਡ ਕੇ ਚਲੇ ਗਏ। ਮੇਲਾ 18 ਤਰੀਕ ਨੂੰ ਖਤਮ ਹੁੰਦਾ ਜੀ। ਸਾਰੀ ਮਾਇਆ ਦੀ ਗਿਣਤੀ ਕਰਕੇ ਅਸੀਂ ਸਾਰਾ ਮੇਲਾ ਜਦੋਂ ਵੀ ਹਿਸਾਬ ਕਿਤਾਬ ਸੀ ਉਹ ਕਰਕੇ ਇਹਨਾਂ ਨੂੰ ਦਿੱਤਾ ਸੀ। ਬਲਜਿੰਦਰ ਸਿੰਘ ਹੋਰਾਂ ਦੇ ਸਿੱਧੇ ਰੂਪ ਦੇ ਵਿੱਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਉੱਤੇ ਦੋਸ਼ ਆ ਕੇ ਉਹਨਾਂ ਨੇ ਉਹਨਾਂ ਨੂੰ ਜਲੀਲ ਕੀਤਾ, ਅਪਸ਼ਬਦ ਬੋਲੇ, ਜਿਸ ਕਰਕੇ ਇਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ। ਹੁਣ ਤੁਸੀਂ ਕੀ ਚਾਹੁੰਦੇ ਆ? ਜਿਹੜਾ ਧਰਨਾ ਦਿੱਤਾ ਇਸ ਵੇਲੇ ਇਕੱਲਾ ਤਨਖਾਹਾਂ ਨੂੰ ਲੈ ਕੇ ਆ, ਜਾਂ ਉਹਨਾਂ ਮੁਲਾਜ਼ਮਾਂ ਦੀ ਜਿਨ੍ਹਾਂ ਦੀ ਛਾਂਟੀ ਹੋ ਚੁੱਕੀ ਆ ਉਹਨਾਂ ਨੂੰ ਮੁੜ ਬਹਾਲ ਕਰਾਉਣ ਲਈ ਤੁਸੀਂ ਜਿਹੜੀ ਕੋਸ਼ਿਸ਼ ਕਰ ਰਹੇ ਆ, ਤੇ ਕਿੱਥੇ ਕਿੱਥੇ ਤੁਸੀਂ ਅਪੀਲ ਕਰ ਚੁੱਕੇ ਆ ਵੀ ਸਾਡੀ ਜਿਹੜੀ ਹੈਗੀ ਆ ਨੌਕਰੀ ਨੂੰ ਬਚਾਇਆ ਜਾ ਸਕੇ? ਅਸੀਂ ਅਪੀਲ ਵੈਸੇ ਤਾਂ ਸਾਡੇ ਗੁਰਦੁਆਰਾ ਇੰਸਪੈਕਟਰ ਪ੍ਰੀ ਐਡੀਟਰ ਜਿਹੜੇ ਵੀ ਆਉਂਦੇ ਜੀ ਉਹਨਾਂ ਨੂੰ ਕਹਿ ਚੁੱਕੇ ਹਾਂ ਅਸੀਂ ਸ਼੍ਰੋਮਣੀ ਕਮੇਟੀ ਨੂੰ, ਤੇ ਜਿੰਨੇ ਵੀ ਮੁਲਾਜ਼ਮ ਆ ਇੱਥੋਂ ਕੱਢੇ ਗਏ ਉਹਨਾਂ ਨੂੰ ਸਾਰਿਆਂ ਨੂੰ ਮੁੜ ਬਹਾਲ ਕੀਤਾ ਜਾਵੇ, ਤੇ ਜਿਨ੍ਹਾਂ ਦੀਆਂ ਵੀ ਤਨਖਾਹਾਂ ਰਹਿੰਦੀਆਂ ਉਹ ਦਿੱਤੀਆਂ ਜਾਣ। ਜੇਕਰ ਤੁਹਾਨੂੰ ਬਹਾਲ ਨਹੀਂ ਕੀਤਾ ਜਾਂਦਾ, ਫਿਰ ਅਗਲਾ ਪ੍ਰੋਗਰਾਮ ਤੁਹਾਡਾ ਕੀ ਹੋਊਗਾ? ਜੇਕਰ ਸਾਨੂੰ ਬਹਾਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਸਾਰੇ ਵਿਚਾਰ ਕਰਾਂਗੇ, ਜਿੰਨੀ ਵੀ ਸੰਗਤ ਖੜੀ ਆ ਇਹਨਾਂ ਦੀ ਜਿਵੇਂ ਰਹਿ ਹੋਊਗੀ ਉਵੇਂ ਕਰਾਂਗੇ ਜੀ। ਤਨਖਾਹ ਦੇ ਜਿਹੜੇ ਪੈਸੇ ਬਕਾਇਆ ਰਹਿੰਦਾ, ਉਹਦੇ ਤਹਿਤ ਕਿਸ ਤਰ੍ਹਾਂ ਦੀ ਤੁਹਾਡੀ ਜਿਹੜੀ ਮੈਨੇਜਰ ਨਾਲ ਕੋਈ ਬਿਆਨਤਬੰਦੀ ਹੋਈ ਆ, ਜਾਂ ਉਹਨਾਂ ਨੇ ਕੋਈ ਕਰਾਰ ਕੀਤਾ ਕਿਸ ਤਰ੍ਹਾਂ? ਕਿਉਂਕਿ ਕੋਈ ਵੀ ਜਿਹੜੀ ਸੰਸਥਾ ਉਹ ਤੁਹਾਡੇ ਪੈਸੇ ਬਕਾਇਆ ਜਾਂ ਤਨਖਾਹਾਂ ਤੋਂ ਮੁੱਕਰ ਨਹੀਂ ਸਕਦੀ। ਤੁਹਾਡੀ ਗੱਲਬਾਤ ਧਰਨਾ ਦੇਣ ਤੋਂ ਪਹਿਲਾਂ ਮੈਨੇਜਰ ਰਜਿੰਦਰ ਸਿੰਘ ਖਾਲਸਾ ਨਾਲ ਕੋਈ ਗੱਲ ਹੋਈ? ਗੱਲਬਾਤ ਜਦੋਂ ਵੀ ਅਸੀਂ ਹਰ ਮਹੀਨੇ ਜੀ ਮੱਸਿਆ ਤੋਂ ਦੂਜੇ ਦਿਨ ਬਾਅਦ ਗੋਲਕ ਗਿਣਤੀ ਹੁੰਦੀ ਆ, ਅਸੀਂ ਹਰ ਮਹੀਨੇ ਜਦੋਂ ਵੀ ਆਉਂਦੇ ਹਾਂ ਕਦੇ ਨਾ ਕਦੇ ਲਾਰਾ ਲਾ ਕੇ, 1.5 ਸਾਲ ਹੋ ਗਿਆ ਜੀ ਸਾਨੂੰ ਲਾਰਾ ਲਾ ਕੇ ਮੋੜਦਿਆਂ ਨੂੰ। ਕਦੇ 1-2 ਵਾਰੀ ਦਿੱਤੇ ਆ, ਕਦੇ 5000 ਕਦੇ 3000, ਜੋ ਵੀ ਭਾਣ ਚੁਕਾ ਦਿੰਦੇ। ਇਸ ਨੇ ਰਜਿੰਦਰ ਸਿੰਘ ਜਿਹੜੇ ਬਤੌਰ ਕਲਰਕ ਇੱਥੇ ਜਿਹੜਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸੇਵਾਵਾਂ ਨਿਭਾਉਂਦੇ ਸੀ, ਜਿਨ੍ਹਾਂ ਨੇ ਆਪਣੀ ਗੱਲ ਦੱਸੀ ਹੈ ਵੀ ਤਨਖਾਹਾਂ ਦੇਣ ਵੇਲੇ ਸਾਨੂੰ ਇੱਕ ਤਰ੍ਹਾਂ ਦਾ ਲਾਰਾ ਲਾਇਆ ਜਾਂਦਾ ਸੀ, ਨਾਲ ਦੀ ਨਾਲ ਉਹ ਤਨਖਾਹ ਜਿਹੜੀ ਉਹਨਾਂ ਦੀ ਬਕਾਇਆ ਵੱਝੀ ਜਾਂਦੀ ਸੀ, ਉਹਦੇ 'ਤੇ ਰੋਕਣ ਲਈ ਕੁਝ ਨਾ ਕੁਝ ਪੈਸੇ ਜਿਹੜਾ ਇਹਨਾਂ ਨੂੰ ਦਿੱਤੇ ਵੀ ਜਾਂਦੇ ਸੀ। ਅੱਗੇ ਹੋਰ ਗੱਲ ਕਰਦੇ ਆ ਕਿਸੇ ਮੁਲਾਜ਼ਮ ਦੇ ਨਾਲ ਜਿਹੜੇ ਅੱਜ ਉਹਨਾਂ ਦੀ ਛਾਂਟੀ ਕਰਨ ਤੋਂ ਪੀੜਤ ਨੇ। ਸਾਡੇ ਨਾਲ ਮੌਜੂਦ ਨੇ ਗੁਰਲਾਲ ਸਿੰਘ,
ਜਿਨ੍ਹਾਂ ਨੂੰ 6 ਮਹੀਨੇ ਪਹਿਲਾਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਕੀ ਕਾਰਨ ਰਿਹਾ? ਗੁਰਲਾਲ ਸਿੰਘ ਤੋਂ ਜਾਣਦੇ ਹਾਂ। ਗੁਰਲਾਲ ਸਿੰਘ ਜੀ, ਕੀ ਹੋਇਆ ਜਿਹੜਾ ਤੁਹਾਨੂੰ ਜਿਹੜਾ ਹੈਗਾ ਨੌਕਰੀ ਤੋਂ ਕੱਢ ਦਿੱਤਾ ਗਿਆ, ਤੇ ਇਹ ਵਜ੍ਹਾ ਵੀ ਦੱਸੋ, ਤੇ ਕਿਸ ਦੇ ਆਦੇਸ਼ਾਂ ਦੇ ਨਾਲ ਕਿਸ ਸ਼ਖਸੀਅਤ ਨੇ ਤੁਹਾਨੂੰ ਜਿਹੜਾ ਹੈਗਾ ਫਾਇਰ ਕੀਤਾ? ਸਰ ਮੇਰੀ ਮੈਰਿਜ ਫਿਕਸ ਹੋਈ ਸੀ ਤੇ ਉਹਦੇ ਵਾਸਤੇ ਮੈਂ ਛੁੱਟੀ ਲੈ ਕੇ ਗਿਆ ਹੋਇਆ ਸੀ ਤੇ ਅਗਲੇ ਦਿਨ ਮੈਨੂੰ ਮੈਸੇਜ ਮਿਲ ਜਾਂਦਾ ਕਿ ਤੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਕਿ ਮੈਂ ਤਾਂ ਕਰਕੇ ਮੈਨੂੰ ਕੱਢ ਦਿੱਤਾ ਕਿਉਂਕਿ ਮੈਂ ਤਨਖਾਹਾਂ ਮੰਗਦਾ ਸੀ, ਆਪਦਾ ਹੱਕ ਮੰਗਦਾ ਸੀ। ਇਹ ਤਨਖਾਹਾਂ ਨਹੀਂ ਦਿੰਦੇ ਸੀ ਤੇ ਮੇਰੀ ਮੈਰਿਜ ਸੀ, ਮੈਨੂੰ ਲੋੜ ਸੀਗੀ ਪੈਸਿਆਂ ਦੀ, ਇਸ ਕਰਕੇ ਇਹਨਾਂ ਨੇ ਮੈਨੂੰ ਕੱਢ ਦਿੱਤਾ ਗਿਆ। ਕਿੰਨੇ ਦਿਨ ਜਿਹੜੇ ਹੈਗੇ ਆ ਤੁਸੀਂ ਜਿਹੜਾ ਹੈਗਾ ਜਦੋਂ ਵਿਆਹ ਵੇਲੇ ਕਿੰਨੇ ਦਿਨ ਛੁੱਟੀ ਕੀਤੀ? ਕਿ ਉਹ ਦਾਇਰੇ 'ਚ ਆਉਂਦੇ ਸੀਗੇ ਵੀ ਤੁਸੀਂ ਉਨੀ ਛੁੱਟੀ ਲੰਬੀ ਕਰ ਸਕਦੇ ਸੀ, ਜਾਂ ਜਿਹੜਾ ਹੈਗਾ ਤੁਹਾਨੂੰ 2-4 ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਫਾਇਰ ਕਰਨ ਦੇ ਜਿਹੜੇ ਹੈਗੇ ਉਹਨਾਂ ਨੇ ਆਦੇਸ਼ ਜਾਰੀ ਕਰਤੇ? ਨਹੀਂ ਸਰ, ਮੈਨੂੰ ਕੋਈ ਆਦੇਸ਼ ਨਹੀਂ ਦਿੱਤਾ, ਇਹਨਾਂ ਨੇ ਸਿੱਧਾ ਆਰਡਰ ਪਾ ਤੇ ਕਿ ਕੱਢ ਦਿੱਤਾ ਗਿਆ ਹੈ, ਕਿਉਂਕਿ ਇਹਨਾਂ ਦੀ ਕਮੇਟੀ ਵੀ ਪੂਰੀ ਹੈ ਨਹੀਂ। ਇਹ ਬਿਨਾਂ ਗੱਲ ਤੋਂ ਇਹਨਾਂ ਨੇ ਮੈਨੂੰ ਕੱਢ ਦਿੱਤਾ ਗਿਆ ਵਾ ਤੇ ਮੈਨੂੰ ਬਹਾਲ ਕੀਤਾ ਜਾਵੇ, ਮੈਂ ਇਹੀ ਅਪੀਲ ਕਰਦਾ। ਇਹਨਾਂ ਨੇ ਕਿਹਾ ਵੀ ਕੋਰਮ ਪੂਰਾ ਨਾ ਹੋਣ ਦੇ ਬਾਵਜੂਦ ਇਹਨਾਂ ਨੂੰ ਛਾਂਟੀ ਕਰ ਦਿੱਤੀ ਗਈ ਹੈ, ਇਹਨਾਂ ਨੂੰ ਸੇਵਾ ਮੁਕਤ ਯਾਨੀ ਕਿ ਇਹਨਾਂ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ। ਇਹਨਾਂ ਦਾ ਕਹਿਣ ਦਾ ਮਤਲਬ ਗੁਰਲਾਲ ਸਿੰਘ ਹੋਰਾਂ ਦਾ ਵੀ ਸਾਨੂੰ ਬਹਾਲ ਕੀਤਾ ਜਾਵੇ, ਤੇ ਇਹ ਮੈਰਿਜ ਕਰਾਉਣ ਲਈ ਆਪਣੇ ਪਿੰਡ ਗਏ ਹੋਏ ਸੀ, ਜਿਨ੍ਹਾਂ ਨੂੰ ਲੰਬੀ ਛੁੱਟੀ ਦੇ ਦੌਰਾਨ ਇਹ ਕਹਿ ਕੇ ਕੱਢ ਦਿੱਤਾ ਗਿਆ ਵੀ ਇਸ ਵੇਲੇ ਤੁਹਾਡੀ ਕੋਈ ਜ਼ਰੂਰਤ ਨਹੀਂ। ਇਹਨੇ ਦੌਰਾਨ ਤੁਹਾਡੀ ਜਿਹੜੀ ਹੈਗੀ ਬਣਦੀ ਤਨਖਾਹ ਬਕਾਇਆ ਤੁਹਾਡੀ ਕਲੀਅਰ ਕਰ ਦਿੱਤੀ ਗਈ ਸੀ? ਨਹੀਂ ਸਰ, ਮੇਰੀ ਕੋਈ ਤਨਖਾਹ ਹਜੇ ਤੱਕ ਕਲੀਅਰ ਨਹੀਂ ਕੀਤੀ। ਮੇਰੀ ਘੱਟੋ ਘੱਟ 3 ਲੱਖ ਰੁਪਇਆ ਇੱਥੇ ਅਜੇ ਪੇਮੈਂਟ ਪਈ ਹੋਈ ਹੈ, ਜੋ ਕਿ ਮੈਂ ਲੈਣੀ ਹੈ ਜੀ। ਵੱਡੇ ਦੋਸ਼ ਨੇ ਗੁਰਲਾਲ ਸਿੰਘ ਹੋਰਾਂ ਦੇ। ਗੁਰਲਾਲ ਸਿੰਘ ਹੋਰਾਂ ਨੇ ਕਿਹਾ ਵੀ ਉਹਨਾਂ ਦੀ ਜਿਹੜੀ ਆ ਤਨਖਾਹ, ਜਿਹੜੀ ਥੋੜ੍ਹੇ ਪੈਸੇ ਦਿੱਤੇ ਜਾਂਦੇ ਸੀ, ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ ਸੀ, ਉਹਦਾ 3 ਲੱਖ ਰੁਪਇਆ ਬਕਾਇਆ ਬਣਦਾ। ਕਿਵੇਂ ਪ੍ਰਾਪਤ ਕਰੋਗੇ ਹੁਣ ਤੁਸੀਂ, ਜਦੋਂ ਕਿ ਸੰਘਰਸ਼ ਵੀ ਵਿੱਢ ਲਿਆ, 6 ਮਹੀਨੇ ਹੋ ਗਏ, ਤੁਹਾਨੂੰ ਨੌਕਰੀ ਤੋਂ ਉਠਾ ਵੀ ਦਿੱਤਾ ਗਿਆ, ਹੁਣ ਇਹਦੇ ਲਈ ਤਨਖਾਹ ਪ੍ਰਾਪਤ ਕਰਨ ਲਈ ਕੀ ਕਰੋਗੇ, ਕਿੱਥੇ ਜਾਓਗੇ? ਸਰ, ਇਹਦੇ ਵਾਸਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਚਿੱਠੀਆਂ ਪਾਈਆਂ ਵਾ ਤੇ ਉਹਨਾਂ ਨੇ ਪੜਤਾਲ ਸ਼ੁਰੂ ਕੀਤੀ ਹੋਈ ਆ। ਪੜਤਾਲ ਹਜੇ ਜਾਰੀ ਆ, ਪਰ ਸਾਨੂੰ ਹਜੇ ਕੋਈ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਵਾ। ਇਸ ਕਰਕੇ ਅਸੀਂ ਧਰਨਾ ਸ਼ੁਰੂ ਕੀਤਾ ਵਾ। ਪੜਤਾਲ ਵਿੱਚ ਇਹ ਪਾਇਆ ਗਿਆ ਕਿ ਸਾਡੇ ਮੁਲਾਜ਼ਮਾਂ ਦੀ 34 ਲੱਖ ਰੁਪਈਆ ਬਕਾਇਆ ਪਿਆ, ਇਕੱਲੇ ਮੁਲਾਜ਼ਮਾਂ ਦਾ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ 34 ਲੱਖ ਰੁਪਈਆ, ਜਿਹੜਾ ਇਹਨਾਂ ਦਾ ਕਹਿਣ ਦਾ ਮਤਲਬ ਹੈ ਗੁਰਲਾਲ ਸਿੰਘ ਹੋਰਾਂ ਦਾ 34 ਲੱਖ ਰੁਪਈਆ। 34 ਲੱਖ ਰੁਪਈਆ ਬਹੁਤ ਵੱਡੀ ਰਕਮ ਹੁੰਦੀ ਆ, ਇਹਦੀ ਕਿਵੇਂ ਤੁਸੀਂ ਸਾਬਤ ਕਿਵੇਂ ਕਰੋਗੇ? ਸਾਰੇ ਪੜਤਾਲ ਹੋਈ ਹੈ ਸ਼੍ਰੋਮਣੀ ਕਮੇਟੀ ਦੇ ਇੰਸਪੈਕਟਰਾਂ ਵੱਲੋਂ ਕਿ ਉਹ ਸਾਰੇ ਉਹਨਾਂ ਨੇ ਪੜਤਾਲ ਕੀਤੀ ਆ, ਪੇਬਲ ਸਾਰੇ ਚੈੱਕ ਕੀਤੇ ਆ, ਜਿਹਦੇ ਵਿੱਚ ਪਾਇਆ ਗਿਆ 34 ਲੱਖ ਰੁਪਈਆ ਬਕਾਇਆ ਪਿਆ ਮੁਲਾਜ਼ਮਾਂ ਦਾ। ਇਹ ਉਹ ਮੁਲਾਜ਼ਮਾਂ ਜਿਹੜੇ ਇਸ ਟਾਈਮ ਜਾਂ ਤਾਂ ਕੱਢ ਦਿੱਤੇ ਗਏ ਆ ਜਾਂ ਆਪਦੇ ਆਪ ਨੂੰ ਉਹ ਚਲੇ ਗਏ ਆ, ਇਹ ਉਹਨਾਂ ਦਾ ਵਾ। ਅਤੇ ਬਾਕੀ ਜਿਹੜੇ ਮੁਲਾਜ਼ਮ ਇਸ ਟਾਈਮ ਡਿਊਟੀ ਕਰ ਰਹੇ ਉਹਨਾਂ ਦੀ ਵੀ ਤਨਖਾਹਾਂ ਪਈਆਂ ਜੀ। ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਜਿਹੜੀ ਪੇ ਬਿੱਲ ਜਿਹਦਾ ਬਣਦਾ ਨਾਲ ਜਿਹਨੇ ਪ੍ਰੈਵੀਡੈਂਟ ਫੰਡ ਕੱਟਿਆ ਜਾਂਦਾ, ਉਹ ਮੁਲਾਜ਼ਮ ਜਿਹੜੇ ਪੱਕੇ ਹੁੰਦੇ ਆ, ਇਸ ਗੱਲ ਦੀ ਜਾਣਕਾਰੀ ਹੈ? ਹਾਂਜੀ, ਸਾਰਾ ਕੁਝ ਪਤਾ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਆਪ ਖੁਦ ਸ਼੍ਰੋਮਣੀ ਕਮੇਟੀ 'ਚ ਮੁਲਾਜ਼ਮ। ਫਿਰ ਜਿਹੜਾ ਹੈਗਾ ਤੁਸੀਂ ਉਹਦੇ 'ਤੇ ਹੁਣ 6 ਮਹੀਨੇ ਪਹਿਲਾਂ ਕੋਈ ਐਕਸ਼ਨ ਜਾਂ ਜਿਹੜਾ ਹੈਗਾ ਉਹਦੀ ਤੁਸੀਂ ਅਪੀਲ ਜਿਹੜੀ ਹੈਗੀ ਉੱਪਰ ਤੱਕ ਕਿਉਂ ਨਹੀਂ ਕੀਤੀ? ਸਰ, ਅਸੀਂ ਜੁਡੀਸ਼ਲ ਵਿੱਚ ਲਾਈ ਸੀ ਅਪੀਲ, ਪਰ ਕਰੋਨਾ ਮਹਾਮਾਰੀ ਦੇ ਕਰਕੇ ਸਾਡੀ ਉਹ ਅਪੀਲ ਹਜੇ ਤੱਕ ਨਹੀਂ ਲੱਗੀ। ਹੁਣ ਅਸੀਂ ਦੁਬਾਰਾ ਫਿਰ ਅਪੀਲ ਲਾਈ ਹੋਈ ਆ ਤੇ ਹੁਣ ਸਾਡਾ ਵੇਖੋ ਅੱਗੇ ਕੀ ਬਣਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਲ ਦੀ ਨਾਲ ਸਿੱਖ ਜੁਡੀਸ਼ਲ ਦੇ ਵਿੱਚ ਇਹਨਾਂ ਨੇ ਮੰਗ ਕੀਤੀ ਹੋਈ ਹੈ, ਇਹਨਾਂ ਨੂੰ ਮੁੜ ਬਹਾਲ ਕੀਤਾ ਜਾਵੇ। ਗੁਰਲਾਲ ਸਿੰਘ ਹੋਰਾਂ ਦਾ ਕਹਿਣਾ ਕਿ ਹੁਣ ਦੇਖਦੇ ਹਾਂ ਕਰੋਨਾ ਕਰਕੇ ਜਿੰਨੀ ਇਹ ਦੇਰੀ 6 ਮਹੀਨਿਆਂ ਦੀ ਹੋ ਗਈ, ਹੁਣ ਸਾਨੂੰ ਸਿੱਖ ਜੁਡੀਸ਼ਲ ਕਿਸ ਤਰ੍ਹਾਂ ਦਾ ਇਨਸਾਫ ਦਿੰਦੀ ਹੈ, ਕਿਸ ਤਰ੍ਹਾਂ ਦਾ ਫੈਸਲਾ ਕਰਦੀ ਹੈ। ਸਾਡੇ ਨਾਲ ਇੰਦਰਜੀਤ ਸਿੰਘ ਨੇ ਜਿਹੜੇ ਅੱਜ ਧਰਨੇ ਦੇ ਵਿੱਚ ਮੌਜੂਦ ਨੇ, ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਸੰਥਿਆ ਜਿਹੜੀ ਹੈਗੀ ਆ ਦੇਣ ਦੀ ਸੇਵਾਵਾਂ ਨਿਭਾ ਰਹੇ ਹਾਂ ਬੱਚਿਆਂ ਨੂੰ, ਜਿਹੜੇ ਬੱਚੇ ਇਸ ਗੁਰੂ ਘਰ ਦੇ ਨਾਲ ਆਪਣੀ ਗੁਰਮਤ ਸਿੱਖਿਆ ਪ੍ਰਾਪਤ ਕਰਨ ਆਉਂਦੇ ਉਹਨਾਂ ਨੂੰ ਸੰਥਿਆ ਦਿੰਦੇ। ਇੰਦਰਜੀਤ ਜੀ, ਕੀ ਮਸਲਾ ਕੀ ਅੱਜ ਦਾ? ਮਸਲਾ ਤਾਂ ਜੀ ਇਹ ਦੇਖੋ, ਮੈਂ 2016 ਦੇ ਵਿੱਚ ਇੱਥੇ ਜੁਆਇਨ ਕੀਤੀ ਸੀ ਜੋਬ ਆ ਜਿਹੜੀ, 2018 ਦੇ ਵਿੱਚ ਇਸ ਵਜ੍ਹਾ ਕਰਕੇ ਛੱਡ ਦਿੱਤੀ ਸੀ ਕਿਉਂਕਿ ਸਾਨੂੰ ਮੰਥਲੀ ਪੇ ਆ ਜਿਹੜੀ ਉਹ ਨਹੀਂ ਮਿਲਦੀ ਸੀ, ਉਹਦੀ ਵਜ੍ਹਾ ਕਰਕੇ ਛੱਡ ਦਿੱਤੀ ਸੀ। ਪਰ ਉਦੋਂ ਬਾਅਦ ਦੇ ਵਿੱਚ ਵੀ ਸਾਡਾ ਮੈਨੇਜਰ ਭਾਈ ਰਜਿੰਦਰ ਸਿੰਘ ਜੀ ਇਹਨਾਂ ਨਾਲ ਰਾਬਤਾ ਰਿਹਾ। ਕਦੇ ਕਹਿ ਦਿੰਦੇ ਸੀ ਮੱਸਿਆ ਤੋਂ ਦੂਜੇ ਦਿਨ ਗੋਲਕ ਖੋਲ੍ਹੂ ਉੱਦੇ ਦੇਵਾਂਗੇ, ਮਹੀਨੇ ਬਾਅਦ ਆਇਓ ਜਾਂ ਕਿਵੇਂ ਮੇਲੇ 'ਤੇ ਮਿਲੂਗੀ, ਪਰ ਕਦੇ ਵੀ ਇਹਨਾਂ ਵੱਲੋਂ ਸਾਨੂੰ ਉਹ ਪੈਸੇ ਨਹੀਂ ਦਿੱਤੇ ਗਏ ਹੈਗੇ। ਉਹਦੇ ਕਰਕੇ ਫਿਰ ਸਾਨੂੰ ਅਖੀਰ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਏਕਤਾ ਕਰਕੇ ਅੱਜ ਧਰਨਾ ਲਾਉਣਾ ਪੈ ਰਿਹਾ ਜੀ, ਆਪਣੀ ਤਨਖਾਹ ਦੇ ਲਈ, ਆਪਣੇ ਹੱਕ ਮੰਗਣ ਦੇ ਲਈ ਜੀ। ਉਹਦੇ ਲਈ ਸਾਰੇ ਅਸੀਂ ਇੱਥੇ ਇਕੱਠੇ ਹੋਏ ਹਾਂ। ਅਤੇ ਤੁਸੀਂ ਜਿਹੜਾ ਹੈਗਾ ਇਸ ਤੋਂ ਪਹਿਲਾਂ ਰਜਿੰਦਰ ਸਿੰਘ ਹੋਰਾਂ ਨਾਲ ਮਿਲ ਕੇ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਉਹਨਾਂ ਨੂੰ ਜੀ ਅਸੀਂ ਬਹੁਤ ਵਾਰੀ ਫੋਨ ਵੀ ਲਾਉਂਦੇ ਰਹੇ ਹਾਂ, ਉਹ ਕਹਿ ਦਿੰਦੇ ਸੀ ਵੀ ਇੱਥੇ ਆ ਜਾਓ, ਮੱਸਿਆ ਤੋਂ ਲੈ ਜਾਓ, ਹੈ ਨਾ, ਇੱਦਾਂ ਕਰ ਲਿਓ, ਜਾਂ ਅਸੀਂ ਉਹ ਮੇਲੇ ਨੂੰ ਦੇਵਾਂਗੇ ਜਾਂ ਕਿਵੇਂ ਵੀ, ਜਿਵੇਂ ਪਹਿਲਾਂ ਆਖਿਆ ਉਸ ਤਰ੍ਹਾਂ ਆਉਂਦੇ ਰਹੇ ਹਾਂ ਅਸੀਂ। ਸਾਰਾ ਦਿਨ ਵੀ ਬਹਿ ਜਾਂਦੇ ਜਿੱਦੇ ਅਸੀਂ ਗੋਲਕ ਗਿਣਦੇ ਆ,
ਮੱਸਿਆ ਤੋਂ ਦੂਜੇ ਦਿਨ ਗੋਲਕ ਦੀ ਗਿਣਤੀ ਹੁੰਦੀ ਆ, ਉਸ ਦਿਨ ਸਾਰਿਆਂ ਨੂੰ ਕਿਹਾ ਜਾਂਦਾ ਸੀ ਮੁਲਾਜ਼ਮਾਂ ਨੂੰ ਵੀ ਤੁਹਾਨੂੰ ਉਸ ਦਿਨ ਤਨਖਾਹ ਮਿਲੂਗੀ, ਪਰ ਕਿਸੇ ਨੂੰ ਨਹੀਂ ਸੀ ਦਿੱਤੀ ਜਾਂਦੀ। ਇਹ ਕਹਿ ਕੇ ਮੋੜ ਦਿੱਤਾ ਜਾਂਦਾ ਸੀ ਕਿ ਅਸੀਂ ਤਾਂ ਲੰਗਰ ਦੀ ਰਸਦ ਜਿਹੜੀ ਉਹਨਾਂ ਨੂੰ ਪੈਸੇ ਦੇਤੇ, ਕਰਿਆਨੇ ਵਾਲੇ ਹੁੰਦੇ ਤੇ ਜਾਂ ਉਹ ਲੈ ਗਿਆ ਉਹ ਲੈ ਗਿਆ, ਸਾਰਾ ਦਿਨ ਅਸੀਂ ਇੱਥੇ ਬੈਠੇ ਲੰਘ ਜਾਂਦੇ ਸੀ ਸਾਡੇ, ਸਾਨੂੰ ਉਦਾਂ ਹੀ ਮੋੜ ਦਿੱਤਾ ਜਾਂਦਾ ਹੁੰਦਾ ਸੀ ਸਾਰੇ ਦਿਨ ਦਾ ਸਾਡਾ। ਇਸੇ ਤਰ੍ਹਾਂ ਹੀ ਸਾਨੂੰ ਇੱਥੇ ਦਫ਼ਤਰ 'ਚ ਬਿਠਾਈ ਰੱਖਦੇ ਸੀ। ਜਿਹੜਾ ਹੁਣ ਤੁਸੀਂ ਜਿਹੜਾ ਅੱਜ ਧਰਨਾ ਦਿੱਤਾ 6 ਮਹੀਨੇ ਹੋ ਗਏ, ਤੁਸੀਂ ਕਹਿੰਦੇ ਆ ਵੀ ਕੁਝ ਮੁਲਾਜ਼ਮ ਉਠਾਏ ਆ, ਕਿਸੇ ਨੂੰ 3 ਮਹੀਨੇ ਹੋ ਗਏ, ਉਹ ਲੋਕ ਵੀ ਸ਼ਾਮਲ ਆ, ਉਹਨਾਂ ਦੀ ਬਕਾਇਆ ਹੁਣ ਤੱਕ ਕਿਉਂ ਨਹੀਂ ਕਲੀਅਰ ਹੋਇਆ? ਤੁਸੀਂ ਕੀ ਵਜ੍ਹਾ ਮੰਨਦੇ ਇਸ ਗੱਲ? ਵਜ੍ਹਾ ਤਾਂ ਦੇਖੋ ਇਹ ਜੀ, ਇਹਨਾਂ ਨੂੰ ਹੁਣ ਪਤਾ ਹੋਊ ਵੀ ਜਿਹੜੀ ਆਮਦਨ ਆ ਗੁਰਦੁਆਰਾ ਸਾਹਿਬ ਦੀ, ਚਾਹੇ ਉਹ ਜ਼ਮੀਨ ਦੀ ਹੈ, ਚਾਹੇ ਉਹ ਗੁਰਦੁਆਰਾ ਸਾਹਿਬ ਦੀ ਗੋਲਕਾਂ ਦੀ ਹੈ, ਚਾਹੇ ਹੋਰ ਵੀ ਕੋਈ ਵੀ ਸੰਗਤ ਦੀ ਆ, ਉਹ ਤੇ ਇਹਨਾਂ ਨੂੰ ਪਤਾ ਵੀ ਇਹ ਮੁਲਾਜ਼ਮਾਂ ਨੂੰ ਨਾ ਦੇ ਕੇ ਕਿੱਥੇ ਖਰਚ ਕਰ ਰਹੇ ਆ, ਹੈ ਨਾ। ਦੇਖੋ ਸਾਨੂੰ ਨਹੀਂ ਹੈ, ਲੰਗਰ ਚੱਲਦਾ ਏ, ਹਸਪਤਾਲਾਂ 'ਚ ਲੈ ਕੇ ਜਾਂਦੇ ਆ ਜਾਂ ਗੁਰਦੁਆਰਾ ਸਾਹਿਬ ਜਾਂ ਕਿਸੇ ਵੀ ਭੁੱਖੇ ਨੂੰ ਰਜਾਉਂਦੇ ਆ, ਵਧੀਆ ਗੱਲ ਆ। ਅਸੀਂ ਇਹ ਚੀਜ਼ ਦੀ ਕਦਰ ਕਰਦੇ ਹਾਂ, ਇਹ ਚੀਜ਼ ਦੀ ਕਦਰ ਕਰਦੇ ਹੋਏ ਹੀ ਇਹਨਾਂ ਦਾ ਸਾਥ ਦੇ ਰਹੇ ਸੀ ਇੰਨਾ ਚਿਰ। ਪਰ ਇਹ ਚੱਲਦਾ ਰਵੇ, ਲੰਗਰ ਲਗਾਤਾਰ ਚੱਲਦਾ ਰਵੇ, ਮੁਲਾਜ਼ਮਾਂ ਨੂੰ ਵੀ ਤਾਂ ਤਨਖਾਹ ਬਣਦੀ ਆ ਨਾ, ਮੰਥਲੀ ਵੀ ਉਹਨਾਂ ਨੂੰ ਵੀ ਦਿੰਦੇ ਰਹਿਣ, ਲੰਗਰ ਵੀ ਚੱਲਦਾ ਰਵੇ। ਇਹ ਆਪਾਂ ਸਿਸਟਮ ਦੇਖਣਾ ਨਾ, ਇਹ ਮੈਨੇਜਮੈਂਟ ਨੇ ਦੇਖਣਾ ਹੈ। ਇਹ ਮੈਨੇਜਰ ਦਾ ਕੰਮ ਕੀ ਹੋ ਗਿਆ? ਇਹੀ ਮੈਨੇਜ ਕਰਨਾ ਹੁੰਦਾ ਕਿ ਸਾਡਾ ਵੀ ਕੰਮ ਚੱਲਦਾ ਰਵੇ, ਸਾਡੇ ਨਾਲ ਦੇ ਮੁਲਾਜ਼ਮਾਂ ਦਾ ਵੀ। ਅਸੀਂ ਤਾਂ ਇੱਥੇ ਲੰਗਰ ਹਾਲ ਦੇ ਵਿੱਚੋਂ ਅਸੀਂ ਤਾਂ ਕੋਈ ਚੀਜ਼ ਨਹੀਂ ਚੱਕ ਸਕਦੇ, ਅਸੀਂ ਕੋਈ ਚੀਜ਼ ਚੱਕ ਕੇ ਆਪਦੀ ਅੱਡ ਘਰ ਨਹੀਂ ਲਿਜਾ ਸਕਦੇ, ਕੁਝ ਬਣਾ ਨਹੀਂ ਸਕਦੇ। ਪ੍ਰਸ਼ਾਦਾ ਚੱਕਣ ਵੇਲੇ, ਦਾਲ ਚੱਕਣ ਵੇਲੇ ਵੀ ਕਈ ਟੀਕਾ ਟਿੱਪਣੀਆਂ ਹੁੰਦੀਆਂ ਨੇ। ਬਾਹਰ ਜਾ ਕੇ ਅਸੀਂ ਸਾਰਿਆਂ ਨੂੰ ਹਸਪਤਾਲਾਂ 'ਚ ਜਾਂ ਭੁੱਖਿਆਂ ਨੂੰ ਲੰਗਰ ਛਕਾਉਂਦੇ ਹਾਂ। ਜਿਹੜੇ ਮੁਲਾਜ਼ਮ ਇੱਥੇ ਭੁੱਖੇ ਬੈਠੇ ਉਹਨਾਂ ਦੇ ਅਸੀਂ ਸਾਰ ਨਹੀਂ ਲੈ ਰਹੇ। ਦੇਖੋ ਪਹਿਲਾਂ ਆਪਣਾ ਦੇਖੋ ਨਾ, ਪਹਿਲਾਂ ਅਸੀਂ ਆਪਣਾ ਇੱਥੇ ਕੀ ਕਰ ਰਹੇ ਹਾਂ। ਬਾਹਰ ਤਾਂ ਕਿਸੇ ਦਾ ਫੇਰ ਸਵਾਰਾਂਗੇ, ਆਪਣਾ ਤਾਂ ਵਿਗੜੀ ਜਾਂਦੇ ਸਾਰਾ। ਅਸੀਂ ਤਾਂ ਮੁਲਾਜ਼ਮ ਦਾ ਸਾਰੇ ਧਰਨਾ ਲਾਈ ਜਾਂਦੇ ਆ ਤੇ ਅਸੀਂ ਲੰਗਰ ਕਿਹਨੇ, ਅਸੀਂ ਤਾਂ ਜੀ ਬਾਹਰ ਲੰਗਰ ਛਕਾਉਂਦੇ ਹਾਂ। ਆਪਣਾ ਤਾਂ ਦੇਖੋ ਨਾ ਪਹਿਲਾਂ, ਇੱਥੇ ਆਪਣਾ ਨਿੱਜੀ ਆਪਾਂ ਖਰਾਬ ਕਰੀ ਜਾਂਦੇ ਹਾਂ। ਬਾਹਰ ਅਸੀਂ ਕਹਿੰਦੇ ਅਸੀਂ ਸੇਵਾ ਕਰਦੇ ਹਾਂ, ਮੈਂ ਨਹੀਂ ਮੰਨਦਾ ਕੋਈ ਸੇਵਾ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੇਵਾ ਮੁਕਤ ਹੋਇਆ ਨੂੰ ਇੱਥੋਂ? ਮੈਂ ਜੀ 2016 ਦੇ ਵਿੱਚ ਇੱਥੇ ਜੁਆਇਨ ਕੀਤੀ ਸੀ ਡਿਊਟੀ ਆਪਣੀ। 2018 ਦੇ ਵਿੱਚ ਮੈਂ ਅਗਸਤ 2018 ਦੇ ਵਿੱਚ ਡਿਊਟੀ ਛੱਡਤੀ ਸੀ। ਵਜ੍ਹਾ ਇਹੀ ਸੀ ਤਨਖਾਹ ਨਾ ਮਿਲਣ ਕਰਕੇ। ਪਿੰਡ ਦੀ ਸੰਗਤ ਨਾਲ ਬੜਾ ਪਿਆਰ ਸੀ। ਗੁਰਦੁਆਰਾ ਸਾਹਿਬ ਬੜੀ ਰਮਣੀਕ ਜਗ੍ਹਾ, ਇੱਥੇ ਜੀ ਲੱਗਦਾ ਸੀਗਾ। ਇੱਥੇ ਦੋਵੇਂ ਟਾਈਮ ਕਥਾ ਕੀਰਤਨ ਹੁੰਦੀ ਕਰਕੇ ਸਾਰੇ ਸਾਡੇ ਸਟਾਫ ਦੇ ਜਿੰਨੇ ਮੁਲਾਜ਼ਮ ਵੀਰ ਆ ਸਾਰਿਆਂ ਨਾਲ ਮੇਰਾ ਪਿਆਰ ਸੀ, ਸੰਗਤ ਨਾਲ ਪਿਆਰ ਸੀ, ਬੱਚਿਆਂ ਨਾਲ ਬੜਾ ਪਿਆਰ ਸੀ। ਇੱਥੇ ਵਜ੍ਹਾ ਸਾਡੀ ਇਹ ਸੀ ਬਿਲਕੁਲ ਕਿ ਸਾਨੂੰ ਤਨਖਾਹ ਨਹੀਂ ਸੀ ਮਿਲਦੀ। ਆਰਥਿਕ ਸਥਿਤੀ ਹੈ ਜਿਹੜੀ ਉਹ ਕਾਫੀ ਜ਼ਿਆਦਾ ਸਾਡੀ ਵਿਗੜ ਚੁੱਕੀ ਸੀ, ਇਸੇ ਕਰਕੇ ਸਾਨੂੰ ਛੱਡਣੀ ਪਈ ਜੋਬ। 2 ਸਾਲ ਪਹਿਲਾਂ ਫਿਰ ਮੁੱਦਾ ਇਸ ਗੱਲ ਦਾ ਕਿਉਂ ਨਹੀਂ ਚੱਕਿਆ ਵੀ ਤਨਖਾਹ ਨਹੀਂ ਦਿੱਤੀ ਜਾ ਰਹੀ? 2 ਸਾਲ ਪਹਿਲਾਂ ਹੀ ਸਾਨੂੰ ਇਹ ਵਜ੍ਹਾ ਸੀ ਵੀ ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ, ਲੰਗਰ ਦਾ ਇਹਨਾਂ ਦੀ ਸੇਵਾ ਚੱਲਦੀ ਹੈ। ਚਲੋ ਅੱਜ ਨਹੀਂ ਕੱਲ੍ਹ ਨੂੰ ਦੇ ਦੇਣਗੇ, ਕੋਈ ਨਹੀਂ ਅੱਜ ਨਹੀਂ ਪਰਸੋਂ ਦੇ ਦੇਣਗੇ, ਇੱਦਾਂ ਕੋਈ ਨਹੀਂ, ਅੱਜ ਇਹਨਾਂ ਦੇ ਹਾਲਾਤ ਠੀਕ ਹੋ ਜਾਣਗੇ ਕੱਲ੍ਹ ਨੂੰ। ਪਰ ਅਸੀਂ ਇਹ ਹਾਲਾਤ ਦੇਖਦੇ ਸਾਡੇ ਆਪਦੇ ਹਾਲਾਤ ਹੋ ਗਏ ਨਾ। 2 ਸਾਲਾਂ ਦੇ ਵਿੱਚ ਅਸੀਂ ਲੋਕਾਂ ਤੋਂ ਕਰਜ਼ਾ ਲੈ ਕੇ ਆਪਦੇ ਘਰ ਚਲਾਏ। ਸਾਡੇ ਘਰ ਦੀ ਸਥਿਤੀ ਹੁਣ ਘਰ ਦੇ ਖਰਚੇ ਦੇਖ ਲਓ ਕਿੰਨੇ ਆ। ਅਸੀਂ ਆਪਦੇ ਖਰਚੇ ਚਲਾਉਣ ਲਈ ਲੋਕਾਂ ਤੋਂ ਪੈਸੇ ਫੜ ਕੇ ਵਰਤੇ। ਅੱਜ ਉਹ ਤਾਂ ਸਾਡੇ ਸਿਰ ਤੇ ਖੜੇ ਆ ਨਾ। ਇੱਧਰੋਂ ਸਾਡੀ ਜਿਹੜੀ ਪੇਮੈਂਟ ਆ ਸਾਡੀ ਬਲੌਕ ਹੋ ਗਿਆ ਪੈਸਾ ਸਾਡਾ। ਜਿਹੜਾ ਲੋਕਾਂ ਤੋਂ ਪੈਸਾ ਫੜ ਕੇ ਅਸੀਂ ਉਹ 2 ਸਾਲਾਂ ਦੇ ਵਿੱਚ ਅਸੀਂ ਆਪਦਾ ਗੁਜ਼ਾਰਾ ਕੀਤਾ, ਅਸੀਂ ਹੁਣ ਉਹ ਤਾਂ ਲਾਉਣਾ ਹੀ ਆ ਜੀ। ਅੱਜ ਤੱਕ ਮੈਂ ਹੋਰ ਮੰਨ ਲਓ ਅੱਜ 3 ਸਾਲ 2018 'ਚ 20 ਹੋ ਗਿਆ, 2 ਸਾਲ ਮੈਂ ਮੰਨ ਲਓ ਹੋਰ ਡਿਊਟੀ ਕਰਦਾ, ਮੇਰੇ 4 ਸਾਲ ਹੋ ਗਏ। 4 ਸਾਲਾਂ ਦੇ ਵਿੱਚ 4-5 ਲੱਖ ਰੁਪਇਆ ਮੇਰੇ ਸਿਰ ਚੜ੍ਹ ਜਾਂਦਾ, ਮੈਂ ਕਿੱਥੋਂ ਉਤਾਰਦਾ ਜੀ? ਅੱਜ ਵੀ ਤਨਖਾਹ ਨਹੀਂ ਮਿਲ ਰਹੀ, ਮੈਂ ਉਹ ਕਿੱਥੋਂ ਪੈਸੇ ਉਤਾਰਦਾ? ਇਹ ਵਜ੍ਹਾ ਜੀ ਮੇਰੀ। ਬਹੁਤ ਵੱਡਾ ਸਵਾਲ ਆ। ਇੱਥੋਂ ਦੇ ਜਿਹੜੇ ਮੁਲਾਜ਼ਮ ਆ ਉਹ ਤਨਖਾਹ ਨੂੰ ਤਰਸਦੇ ਆ ਤੇ ਇਹਨਾਂ ਦਾ ਦੋਸ਼ ਆ ਵੀ ਇੱਥੋਂ ਲੰਗਰ ਤਿਆਰ ਕਰਕੇ ਉਹਨਾਂ ਲੋੜਵੰਦ ਲੋਕਾਂ ਨੂੰ, ਮਰੀਜ਼ਾਂ ਨੂੰ ਪਹੁੰਚਾਇਆ ਜਾਂਦਾ। ਬੇਸ਼ੱਕ ਇਹ ਜਿਹੜਾ ਹੈਗਾ ਦੋਸ਼ ਨੂੰ ਅਸੀਂ ਉਸ ਤਰ੍ਹਾਂ ਨਹੀਂ ਲੈਂਦੇ ਜਿਸ ਤਰ੍ਹਾਂ ਜਿਹੜਾ ਹੈਗਾ ਇਸ ਪਿੰਡ ਵੱਲੋਂ, ਨਗਰ ਦੇ ਪੂਰੇ ਹਲਕੇ ਵੱਲੋਂ, ਨਗਰ ਤੇ ਹਲਕੇ ਵੱਲੋਂ ਉਹਨਾਂ ਲੋੜਵੰਦ ਲੋਕਾਂ ਨੂੰ ਲੰਗਰ ਜਿਹੜਾ ਪਹੁੰਚਾਇਆ ਜਾਂਦਾ ਇੱਕ ਬਹੁਤ ਵੱਡਾ ਪਰਉਪਕਾਰ ਆ। ਪਰੰਤੂ ਇੱਥੋਂ ਦੇ ਮੁਲਾਜ਼ਮ ਜਿਹੜੇ ਹੈਗੇ ਉਹਨਾਂ ਦੀਆਂ ਤਨਖਾਹਾਂ ਤੇ ਉਹਨਾਂ ਦਾ ਸੁੱਖ ਸਹੂਲਤਾਂ ਦਾ ਵੀ ਖਿਆਲ ਰੱਖਣਾ ਬਹੁਤ ਜ਼ਰੂਰੀ ਆ। ਲੰਗਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸੁਰਿੰਦਰ ਸਿੰਘ ਵੀ ਸਾਡੇ ਨਾਲ ਆ, ਜਿਨ੍ਹਾਂ ਦੀ ਆਰਥਿਕ ਸਥਿਤੀ ਵੈਸੇ ਹੀ ਕਮਜ਼ੋਰ ਆ ਤੇ ਉਹਨਾਂ ਨੂੰ ਲਾਰੇ ਦਾ ਲਾਰਾ ਲਾ ਕੇ ਉਹ ਕਹਿੰਦੇ ਆ ਸਾਨੂੰ ਕਾਫੀ ਸਮਾਂ ਨਿਗਾਹ ਦਿੱਤਾ ਗਿਆ। ਸਵਾਲ ਆ, ਇਹਨਾਂ ਦੇ ਜਵਾਬ ਵੀ ਲਵਾਂਗੇ ਅਸੀਂ। ਸਭ ਤੋਂ ਪਹਿਲਾਂ ਜਾਣਦੇ ਹਾਂ ਸੁਰਿੰਦਰ ਸਿੰਘ ਹੋਰਾਂ ਦੀ ਸਥਿਤੀ ਕੀ ਆ ਤੇ ਕਿਵੇਂ ਇਸ ਮੋੜ ਤੱਕ ਉਹਨਾਂ ਨੂੰ ਆਉਣਾ ਪਿਆ। ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ। ਮੈਂ ਇੱਥੇ ਸਾਲ ਹੋ ਗਿਆ ਜੀ ਲੰਗਰ ਸੇਵਾਦਾਰ ਸੀਗਾ ਜੀ, ਸੇਵਾ ਕਰਦਾ ਸੀ ਇੱਥੇ। ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਨੂੰ ਇਸ ਤਰ੍ਹਾਂ ਕਰਕੇ ਸੇਵਾ ਕਰਦਾ ਜੀ, ਮੈਨੂੰ ਤਨਖਾਹ 3 ਮਹੀਨੇ ਤੋਂ ਦੇਵਾਂਗੇ ਜੀ। 3 ਮਹੀਨੇ ਦੇ ਕਰਦੇ 6 ਮਹੀਨੇ ਤੇ ਜਾ ਵੜੇ, 6 ਮਹੀਨੇ ਤੋਂ ਕਰਦੇ ਸਾਲ ਤੇ ਜਾ ਵੜੇ ਜੀ। 16 ਘੰਟੇ ਡਿਊਟੀ ਲੈਂਦੇ ਸੀ ਲੰਗਰ ਦੇ ਵਿੱਚ ਜੀ, ਕੰਮ ਪੂਰਾ ਲੈਂਦੇ ਸੀ, ਕੋਈ ਛੁੱਟੀ ਨਹੀਂ ਕੁਛ ਨਹੀਂ। ਪਰ ਬਾਅਦ 'ਚ ਆ ਕੇ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਜੀ, ਮੇਰੀਆਂ ਗੈਰ ਹਾਜ਼ਰੀਆਂ ਲਾਉਣ ਲੱਗ ਗਏ ਜੀ। ਤੇ ਉਸ ਤੋਂ ਬਾਅਦ ਇਹਨਾਂ ਨੇ ਰਜਿਸਟਰ ਚੱਕ ਕੇ ਲਕੋ ਲਿਆ। ਮੈਨੇਜਰ ਸਾਹਿਬ ਨੇ ਗਾਲਾਂ ਕੱਢੀਆਂ ਮੈਨੂੰ ਜੀ, ਪ੍ਰਧਾਨ ਸਾਹਿਬ ਨੇ ਆਵਾ ਤਵਾ ਬੋਲੇ ਜੀ, ਬਹੁਤ ਗਲਤ ਸ਼ਬਦਾਵਲੀ ਬੋਲ ਕੇ ਜੀ ਇੱਥੇ ਸਾਨੂੰ ਕੱਢ ਦਿੱਤਾ ਗਿਆ। ਸਾਡਾ ਘਰ ਦਾ ਗੁਜ਼ਾਰਾ ਹੀ ਇਹਦੇ ਸਿਰ ਤੇ ਸੀਗਾ ਜੀ। ਮੈਂ ਇਕੱਲਾ ਕੰਮ ਕਰਨ ਵਾਲਾ ਜੀ, ਭੈਣ ਭਰਾ, ਮੇਰਾ ਪਿਓ ਬਿਮਾਰ ਰਹਿੰਦਾ ਜੀ, ਮੇਰੀ ਮਾਂ ਢਿੱਲੀ ਰਹਿੰਦੀ ਹੈ ਜੀ, ਘਰ ਦੀ ਬਿਮਾਰ ਆ ਜੀ। ਹੁਣ ਮੈਂ ਘਰ ਦਾ ਆਰਥਿਕ ਸਥਿਤੀ ਇੰਨੀ ਚੰਗੀ ਨਹੀਂ ਸੀਗੀ ਵੀ ਅਸੀਂ ਤਾਂ ਹੀ ਇੱਥੇ ਆ ਕੇ ਲੱਗੇ ਸੀਗੇ ਜੀ। ਪਰ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਸਾਨੂੰ 1 ਰੁਪਈਆ ਨਹੀਂ ਦਿੱਤਾ ਜੀ। ਸਾਲ ਅਸੀਂ ਸੇਵਾ ਕੀਤੀ ਹੈ ਜੀ, ਹੁਣ ਪੈਸਿਆਂ ਨੂੰ ਬਿਲਕੁਲ ਜਵਾਬ ਦੇਈ ਬੈਠੇ ਆ ਜੀ। ਇਹਨਾਂ ਨੇ ਰਜਿਸਟਰ ਦੇ ਉੱਤੇ ਗੈਰ ਹਾਜ਼ਰੀਆਂ ਲਾਉਣੀਆਂ ਸ਼ੁਰੂ ਕਰਤੀਆਂ ਤੇ ਸਾਨੂੰ ਕੱਢ ਦਿੱਤਾ ਗਿਆ ਜੀ ਇੱਥੇ।
ਉਦੋਂ ਬਾਅਦ ਗੱਲ ਇਹ ਹੈ ਜੀ, ਹੁਣ ਜੇ ਸਾਨੂੰ ਨਾ ਇਹ ਦੇਖਣਗੇ ਅਸੀਂ ਤਾਂ ਜੀ ਹੁਣ ਇਦੂਗਾ ਜ਼ਹਿਰ ਪੀ ਕੇ ਸਪਰੇਅ ਪੀ ਕੇ ਮਰਨ ਵਾਲੀ ਗੱਲ ਆਈ। ਸਾਡੀ ਇੰਨੀ ਹਾਲਤ ਚੰਗੀ ਨਹੀਂ ਗਈ, ਪਰ ਇਹਨਾਂ ਨੇ ਵੀ ਨਹੀਂ ਪੈਸੇ ਤੇ ਹੁਣ ਕਿੱਧਰ ਨੂੰ ਜਾਵਾਂਗੇ ਜੀ। ਸਾਡੇ ਹਾਲਾਤ ਏਡੇ ਬਾਹਲੇ ਚੰਗੇ ਨਹੀਂ ਹੈਗੇ ਜੀ। ਤੇ ਇਹ ਸਾਨੂੰ 1 ਰੁਪਿਆ ਵੀ ਪੈਸੇ ਦੇਣ ਨੂੰ ਸਾਨੂੰ ਬਿਲਕੁਲ ਹੀ ਕਹਤਾ ਜੀ ਤੁਹਾਨੂੰ ਪੈਸੇ ਦੇਣੇ ਨਹੀਂ ਜੀ, ਅਸੀਂ ਇੱਥੋਂ ਤੁਸੀਂ ਚਲੇ ਜਾਓ। ਤੇ ਸਾਨੂੰ ਪਹਿਲਾਂ ਰੱਖਿਆ ਕਾਹਤੋਂ ਸੀ, ਸਾਨੂੰ ਕਿਉਂ ਇੱਥੇ 2-2 3-3 5-5 ਸਾਲ ਲਵਾਏ ਜੀ। ਅਸੀਂ ਤਾਂ ਸੇਵਾ ਦੇ ਵਿੱਚ ਸੇਵਾ ਕਰੀ ਜਾਂਦੇ, 16 ਘੰਟੇ ਸਾਤੋਂ ਡਬਲ ਡਿਊਟੀ ਲੈਂਦੇ ਸੀਗੇ ਜੀ। ਇਹ ਬਾਕੀ ਆਪਦੇ ਘਰ ਭਰਨ ਤੇ ਹੋਇਆ ਜੀ। ਪ੍ਰਧਾਨ ਆਪਦੇ ਘਰ ਨੂੰ ਘਿਓ ਆਪਦੇ ਘਰ ਨੂੰ ਮੈਨੇਜਰ ਆਪਦੇ ਨਿੱਜੀ ਸਵਾਰਥਾਂ ਦੀ ਖਾਤਰ ਸਾਰਾ ਕੁਝ ਕਰੀ ਜਾਂਦੇ ਆ ਜੀ। ਗੁਰਦੁਆਰੇ ਦਾ ਤਾਂ ਨਾਂ ਜਿਹੜਾ ਬਾਹਰੋਂ ਅੰਦਰੋਂ ਜਿੰਨਾ ਪੈਸਾ ਧੇਲਾ ਆਉਂਦਾ ਸਭ ਆਪਦੇ ਘਰ ਨੂੰ ਲਈ ਜਾਂਦੇ ਆ ਜੀ। ਇਹ ਕਿਸੇ ਸੇਵਾਦਾਰ ਨੂੰ, ਕਿਸੇ ਡਿਊਟੀ ਤੇ ਕਿਸੇ ਬੰਦੇ ਨੂੰ ਕੁਝ ਨਹੀਂ ਦਿੰਦੇ। ਗ੍ਰੰਥੀਆਂ ਤੋਂ ਲੈ ਕੇ ਕੁੱਲ ਨੂੰ ਵੀ ਪੇ ਕਿਸੇ ਨੂੰ ਨਹੀਂ ਦਿੰਦੇ ਜੀ। ਇਹ ਸਭ ਇਹਨਾਂ ਦੇ ਵਰਗਲਾਏ ਵੇ ਆ। 2-4 ਬੰਦੇ ਰੱਖੇ ਵੇ ਜਿਨ੍ਹਾਂ ਨੂੰ ਕਹਿ ਦਿੰਦੇ ਅਸੀਂ ਪੈਸੇ ਦਿੰਦੇ ਅਸੀਂ ਫਲਾਨਾ ਕਰਦੇ ਹਾਂ, ਕੁਛ ਨਹੀਂ ਜੀ। ਕੱਢਣ ਪਾਉਣ ਨੂੰ ਕੁਛ ਨਹੀਂ। ਇਹ ਗਵਨ ਕਰੀ ਜਾਂਦੇ ਆ ਪੈਸੇ ਜੀ, ਆਪਦੇ ਨਿੱਜੀ ਸਵਾਰਥਾਂ ਦੀ ਖਾਤਰ ਵਰਤੀ ਜਾਂਦੇ ਆ। ਸਾਡੇ ਜਿਹੜੇ ਹੱਕ ਬਣਦੇ ਸਾਨੂੰ ਹੱਕ ਦਿੱਤੇ ਜਾਣ, ਸਾਨੂੰ ਸਾਡੀਆਂ ਨੌਕਰੀਆਂ ਦਿੱਤੀਆਂ ਜਾਣ, ਸਾਨੂੰ ਸਾਡੇ ਜਿਹੜੇ ਬਣਦੀ ਤਨਖਾਹ ਦਿੱਤੀ ਜਾਵੇ ਜੀ। ਨਹੀਂ ਅਸੀਂ ਸਪਰੇਅ ਪੀ ਕੇ ਮਰ ਜਾਵਾਂਗੇ। ਅਸੀਂ ਤਾਂ ਜੀ ਇਹਨਾਂ ਦੇ ਹੁਣ ਇਹ ਹੋਏ ਗੋਬਿੰਦ ਸਿੰਘ ਲੌਂਗੋਵਾਲ ਹੋਏ, ਇਹ ਜ਼ਿੰਮੇਦਾਰ ਹੋਣਗੇ ਰਜਿੰਦਰ ਸਿੰਘ ਪ੍ਰਧਾਨ ਜਾਂ ਮੈਨੇਜਰ ਕਰਨੈਲ ਸਿੰਘ ਪ੍ਰਧਾਨ ਤੇ ਜਾਂ ਮੀਤ ਪ੍ਰਧਾਨ। ਬਸ ਸਹੀ ਇਹ ਆਪ ਦਾ ਜ਼ਿੰਮੇਦਾਰ ਇਹ ਹੋਣਗੇ। ਅਸੀਂ ਤਾਂ ਇੱਥੋਂ ਗਾਂ ਹੁਣ ਸੰਘਰਸ਼ ਹੋਰ ਤੇਜ਼ ਕਰਾਂਗੇ ਜੀ। ਜਿਵੇਂ ਸਾਨੂੰ ਇਹ ਤੰਗ ਕਰ, ਸਾਨੂੰ ਪੈਸੇ ਨਹੀਂ ਦੇ ਰਹੇ ਜੀ, ਅਸੀਂ ਕਰਾਂਗੇ ਕੀ ਜੀ। ਸਾਡੇ ਕੋਲ ਹੱਥ ਪੱਲੇ ਕੋਈ ਨਹੀਂ। ਕਰੋਨਾ ਹੋਣ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ। ਪੈਸੇ ਤੋਂ ਬਿਨਾਂ ਕਿਤੇ ਗੱਲ ਨਹੀਂ ਬਣਦੀ ਜੀ। ਪੈਸੇ ਸਾਨੂੰ ਇਹ ਦੇ ਨਹੀਂ ਰਹੇ ਜੀ। ਕਰੋਨਾ ਤੇ ਕੰਗਾਲੀ ਬਹੁਤ ਮੰਦਭਾਗਾ। ਸੁਰਿੰਦਰ ਸਿੰਘ ਨੇ ਕਿਹਾ ਵੀ ਹੁਣ ਸਾਡੇ ਕੋਲੇ ਕੋਈ ਚਾਰਾ ਨਹੀਂ, ਇਸ ਤੋਂ ਬਾਅਦ ਜ਼ਹਿਰ ਪੀ ਕੇ ਮਰਨ ਦਾ ਫੈਸਲਾ ਹੀ ਕੀਤਾ ਜਾਊਗਾ। ਰਜਿੰਦਰ ਸਿੰਘ ਹੋਰਾਂ ਨਾਲ ਵੀ ਗੱਲ ਕਰਾਂਗੇ, ਖਾਲਸਾ ਜੀ ਨਾਲ, ਕੀ ਹਾਲਾਤ ਨੇ, ਇਹ ਕਿਉਂ ਨਹੀਂ ਤਨਖਾਹਾਂ ਇੰਨੀ ਦੇਰ ਦੀਆਂ ਦਿੱਤੀਆਂ ਗਈਆਂ। ਬਹੁਤ ਵੱਡੇ ਦੋਸ਼ ਲਾਏ ਆ। ਪ੍ਰਧਾਨ ਹੋਰੀ ਘਿਓ ਤੱਕ ਦਾ ਵੀ ਦੋਸ਼ ਲਾਤਾ ਇਹਨਾਂ ਨੇ ਕਿ ਆਪਣੇ ਘਰ ਘਿਓ ਵੀ ਲੈ ਕੇ ਜਾ ਰਹੇ ਆ। ਸਪਸ਼ਟੀਕਰਨ ਵੀ ਲਵਾਂਗੇ। ਸੁਰਿੰਦਰ ਜੀ, ਇੰਨਾ ਟਾਈਮ ਤੁਸੀਂ ਸੇਵਾ ਕੀਤੀ ਆ ਤੇ ਫਿਰ ਹੁਣ ਤੱਕ ਆਵਾਜ਼ ਬੁਲੰਦ ਕਿਉਂ ਨਹੀਂ ਕੀਤੀ? ਪਹਿਲਾਂ ਹੀ ਇਸ ਤਰ੍ਹਾਂ ਸੀਗਾ ਜੀ ਵੀ ਕਰੋਨਾ ਤੋਂ ਪਹਿਲਾਂ ਸਾਨੂੰ ਸ਼ੱਕ ਸੀ ਵੀ ਸ਼ਾਇਦ ਹੋਦਾ ਸਿੱਧੇ ਪ੍ਰਬੰਧ 'ਚ ਹੋ ਜਾਏ ਜੀ, ਵੀ 2 ਮਹੀਨੇ 4 ਮਹੀਨੇ 6 ਮਹੀਨੇ ਪੈਸੇ ਦੇ ਦਿੰਦੇ ਆ ਜੀ, ਤੁਹਾਨੂੰ ਅੱਜ ਦੇ ਦਿੰਦੇ ਆ, ਕੱਲ੍ਹ ਦੇ ਦਿੰਦੇ ਆ ਜੀ। ਪਰ ਦੇਣ ਲੈਣ ਨੂੰ ਕੁਛ ਨਹੀਂ ਸੀਗਾ। ਸਾਨੂੰ ਇੰਨਾ ਨਹੀਂ ਸੀ ਪਤਾ ਵੀ ਸਾਨੂੰ ਇਹ ਇੰਨਾ ਖੱਜਲ ਖੁਆਰ ਕਰਨਗੇ। ਸਾਨੂੰ ਇੰਨਾ ਸੀ ਵੀ ਗੁਰੂ ਘਰ ਆ, ਆਮਦਨ ਬਥੇਰੀ ਆ, ਕਮਾਈ ਆ ਜੀ, ਕਰੋੜਾਂ ਰੁਪਈਆ ਇੱਥੇ ਪੈਸਾ ਆਉਂਦਾ ਜੀ। ਪੈਸਾ ਜਾਂਦਾ ਕਿੱਥੇ ਆ ਜੀ, ਖਰਚ ਕਿੱਥੇ ਹੁੰਦਾ ਜੀ। ਇੱਕ ਲੰਗਰ ਦੇ ਨਾਂ 'ਤੇ ਸਾਰਾ ਕੁਝ ਕਰੀ ਜਾਂਦੇ ਆ ਜੀ। ਲੰਗਰ ਕੀ ਇਕੱਲਾ ਲੰਗਰ ਹੀ ਚੱਲਦਾ ਜੀ, ਹੋਰ ਕਿਸੇ ਨੂੰ ਕੁਛ ਦੇ ਨਹੀਂ ਰਹੇ। ਪੈਸਾ ਤੇ ਲਾਹੌਰ ਕਿੱਥੇ ਜਾਂਦਾ ਜੀ, ਦੱਸਣ ਵੀ ਕੋਈ ਹਿਸਾਬ ਨਹੀਂ ਕਿਤਾਬ ਨਹੀਂ ਜੀ। ਆਪਦੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਂਦੇ ਆ ਜੀ। ਇਹ ਮਨ ਮਰਜ਼ੀਆਂ ਗੁਰੂ ਘਰਾਂ ਦੇ ਵਿੱਚ ਜਿਹੜੇ ਕਲੇਸ਼ ਦਾ ਕਾਰਨ ਮਨ ਮਰਜ਼ੀਆਂ ਬਣ ਰਹੀਆਂ। ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਤੇ ਜਾਂ ਸੇਵਾਦਾਰ ਹੋਣ। ਸਰਪੰਚ ਟੂਡੇ ਹਮੇਸ਼ਾ ਸੱਚ ਦਾ ਪੱਖ ਲੈਂਦਾ ਤੇ ਤੁਹਾਡੇ ਨਾਲ ਇਹ ਵੀ ਜਿਹੜਾ ਦੁਬਾਰਾ ਮਸਲਾ ਸਾਹਮਣੇ ਆਇਆ, ਬਹੁਤ ਸਾਰੇ ਘਪਲਿਆਂ ਦੀਆਂ ਗੱਲਾਂ ਹੋਈਆਂ ਤੇ ਜਿਹੜਾ ਇਸ ਵੇਲੇ ਤਨਖਾਹਾਂ ਦਾ ਬਹੁਤ ਵੱਡਾ ਘਪਲਾ ਜਿਹਨੂੰ ਕਿਹਾ ਜਾ ਸਕਦਾ, ਜਿਹਦੇ 35 ਲੱਖ ਰੁਪਏ ਦਾ ਜਿਹੜਾ ਬਲੇਮ ਲਾਇਆ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਪੜਤਾਲ ਕਰਕੇ ਇਹਨਾਂ ਨੌਜਵਾਨਾਂ ਦੀ ਤਨਖਾਹ ਦਾ ਇੱਕ ਅੰਕੜਾ ਬਣਾਇਆ ਗਿਆ। ਉਹ 35 ਲੱਖ ਦਾ ਜਿਹੜਾ ਹੈਗਾ ਅਸੀਂ ਜਵਾਬ ਵੀ ਲਵਾਂਗੇ। ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਦੇ ਹਾਂ ਕਿ ਜਿੱਥੇ ਸਿੱਖ ਕੌਮ ਆਪਣੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੀ ਹੈ, ਉੱਥੇ ਨਾਲ ਦੀ ਨਾਲ ਦਿਨ ਰਾਤ ਬਦਨਾਮੀ ਦੇ ਆਲਮ 'ਚੋਂ ਗੁਜ਼ਰਦੀ ਆ। ਕਿਉਂਕਿ ਹਰ ਗੁਰੂ ਘਰ ਦੇ ਵਿੱਚ ਪੈਸਿਆਂ ਨੂੰ ਲੈ ਕੇ, ਗੋਲਕ ਨੂੰ ਲੈ ਕੇ, ਤਨਖਾਹਾਂ ਨੂੰ ਲੈ ਕੇ ਗ੍ਰੰਥੀ ਸਿੰਘਾਂ ਤੇ ਜਿਹੜਾ ਕੀਰਤਨੀਆ ਸਿੰਘਾਂ ਦੀਆਂ ਬੇਅਦਬੀਆਂ, ਉਹਨਾਂ ਦੀ ਬੇਇੱਜ਼ਤੀ ਨੂੰ ਲੈ ਕੇ ਰੋਜ਼ ਮਾਮਲੇ ਸਾਹਮਣੇ ਆਉਂਦੇ ਆ। ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੂੰ ਸਰਪੰਚ ਟੂਡੇ ਵੱਲੋਂ ਅਪੀਲ ਕਰਦੇ ਆ, ਬਿਲਕੁਲ ਨਿਰਪੱਖਤਾ ਦੇ ਨਾਲ ਉਹਨਾਂ ਗੁਰੂ ਘਰਾਂ ਦੇ ਨਾਲ ਤਾਲਮੇਲ ਕੀਤਾ ਜਾਵੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਚੱਲਦੇ ਆ। ਉੱਥੋਂ ਦੇ ਮਸਲਿਆਂ ਨੂੰ ਬਾਚਿਆ ਜਾਵੇ ਤਾਂ ਕਿ ਸਿੱਖ ਕੌਮ ਬਦਨਾਮੀ ਦੇ ਆਲਮ ਤੋਂ ਬਚ ਸਕੇ। ਸਰਪੰਚ ਟੂਡੇ ਲਈ ਤਖਤੂਪੁਰਾ ਤੋਂ ਨਿਰਮਲ ਕਲਿਆਣ ਦੀ ਵਿਸ਼ੇਸ਼ ਰਿਪੋਰਟ।